ਜੇਕਰ ਖੁਸ਼ੀ ਸਾਡੇ ਅੰਦਰ ਹੈ ਤੇ ਫਿਰ ਡਰ ਕਿੱਥੋਂ ਆਉਂਦਾ ਜੀ? ਅਸੀਂ 80% ਅਸੀਂ ਐਸੀ ਚੀਜ਼ਾਂ ਕਰਨੀ ਨਾਲ ਲੜਦੇ ਰਹਿੰਦੇ ਹਾਂ ਪੂਰੀ ਉਮਰ ਕਿ ਜਿਹੜੀਆਂ ਐਗਜ਼ਿਸਟ ਹੀ ਨਹੀਂ ਕਰਦੀ। ਇਨਸਾਨ ਆਪਣੇ ਰਸਤੇ ਨੂੰ ਚੇਂਜ ਕਰ ਲਵੇ ਤਾਂ ਚੀਜ਼ਾਂ ਆਪਣੇ ਆਪ ਚੇਂਜ ਹੋ ਜਾਂਦੀਆਂ। ਕੁਐਸਚਨ ਇਹ ਹੈ ਕਿ ਸਭ ਤੋਂ ਪਹਿਲਾਂ ਕਿ ਪੈਦਾ ਕਿਵੇਂ ਹੁੰਦਾ ਹੈ ਇਨਸਾਨ ਦੇ ਅੰਦਰ ਡਰ। ਅਕਸਰ ਸਾਡੀ ਜ਼ੁਬਾਨ ਤੇ ਹੁੰਦਾ ਕਿ ਤੈਨੂੰ ਤਾਂ ਫੋਬੀਆ ਹੋ ਗਿਆ, ਤੇ ਫਿਰ ਡਰ ਤੇ ਫੋਬੀਆ ਦੇ ਵਿੱਚ ਲਕੀਰ ਕਿਵੇਂ ਖਿੱਚ ਸਕਦੇ ਹਾਂ ਜੀ ਅਸੀਂ? ਜਦੋਂ 3 ਮਹੀਨੇ ਬਾਅਦ ਆਇਆ ਉਹ ਸੋਚ ਕੇ ਆਇਆ ਕਿ ਇਸ ਵਾਰ ਮੈਨੇ ਪਠਾਨ ਤੋਂ ਟਿਕਟ ਲੈਣਾ ਹੀ ਲੈਣਾ। ਭਾਵੇਂ ਤੁਸੀਂ ਇਕੱਲੇ ਹੋਵੋ, ਅਗਰ ਤੁਸੀਂ ਉਹ ਗਲਤ ਕਰ ਰਹੇ ਹੋਵੋ ਤਾਂ ਤੁਹਾਨੂੰ ਕਿਸੇ ਨਾਲ ਕਿਸੇ ਨੂੰ ਧੋਖਾ ਦਿੱਤਾ ਹੁੰਦਾ ਤਾਂ ਤੁਹਾਡੇ ਅੰਦਰ ਤੁਹਾਨੂੰ ਕਹਿੰਦਾ ਹੈ ਦੈਟ ਇਜ਼ ਕਾਲਡ ਸੁਪਰ ਈਗੋ। ਸਾਡੇ ਵਿੱਚ ਜਿਹੜੀ ਸੁਪਰ ਈਗੋ ਹੈ ਉਹ ਭਾਰੀ ਰਹੇ ਸਾਡੀ ਜ਼ਿੰਦਗੀ ਭਰ, ਕਿਉਂਕਿ ਫੇਰ ਹੀ ਖੌਫ ਜਾਏਗਾ, ਬੇਮਤਲਬਾ ਖੌਫ, ਬੇਮਤਲਬਾ ਡਰ ਫੇਰ ਹੀ ਜਾਏਗਾ। ਕੋਈ ਐਲੀਮੈਂਟ ਇਦਾਂ ਦੇ ਹੁੰਦੇ ਨੇ ਔਰ ਇਹ ਜਿਹੜੇ ਮੋਟੀਵੇਸ਼ਨ ਲੈਕਚਰਸ ਨੇ ਇਹ ਇਨਸਾਨ ਦੇ ਅੰਦਰ ਬਹੁਤ ਜ਼ਿਆਦਾ ਤਬਦੀਲੀ ਪੈਦਾ ਕਰਦੇ ਹਨ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਡਾਕਟਰ ਪ੍ਰੋਫੈਸਰ ਮੁਹੰਮਦ ਇਰਫਾਨ ਫਾਰੂਕੀ ਹੋਰਾਂ ਦੀ ਇੱਕ ਖੁਸ਼ੀ ਦੇ ਵਿਸ਼ੇ ਦੇ ਉੱਤੇ ਵੀਡੀਓ ਦਿਖਾਈ ਸੀ। ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਜਿਹੜੇ ਕਮੈਂਟਸ ਵੀ ਆਏ ਔਰ ਬਹੁਤ ਸਾਰੇ ਲੋਕਾਂ ਨੇ ਉਸ ਵੀਡੀਓ ਨੂੰ ਬੜੀ ਅਸੀਂ ਕਹਿ ਸਕਦੇ ਕਿ ਮਕਬੂਲੀਅਤ ਦਿੱਤੀ, ਜਿਸ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਇਹੋ ਜਿਹੇ ਜਿਹੜੇ ਵਿਦਵਾਨ ਲੋਕਾਂ ਨਾਲ ਉਹਨਾਂ ਦੀਆਂ ਮੁਲਾਕਾਤਾਂ ਹੋਰ ਕਰਵਾਈਆਂ ਜਾਣ ਅਤੇ ਹੋਰ ਇਸ ਜਿਹੜੀਆਂ ਵੀਡੀਓ ਹੈਗੀਆਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਹੈਗੀਆਂ ਨੇ ਉਹਨਾਂ ਨੂੰ ਬਣਾਇਆ ਜਾਵੇ। ਤੇ ਸਵਾਲਾਂ ਦੇ ਵਿੱਚੋਂ ਫਿਰ ਸਵਾਲ ਨਿਕਲ ਕੇ ਇਹ ਆਇਆ ਕਿ ਜੇਕਰ ਖੁਸ਼ੀ ਸਾਨੂੰ ਆਪਣੇ ਅੰਦਰ ਤੋਂ ਮਿਲਦੀ ਹੈ ਤੇ ਫਿਰ ਡਰ ਕਿੱਥੋਂ ਆਉਂਦਾ ਹੈ। ਅੱਜ ਅਸੀਂ ਉਸੇ ਵਿਸ਼ੇ ਦੇ ਉੱਤੇ ਡਰ ਦੇ ਵਿਸ਼ੇ ਦੇ ਉੱਤੇ ਡਾਕਟਰ ਪ੍ਰੋਫੈਸਰ ਮੁਹੰਮਦ ਇਰਫਾਨ ਹੋਰਾਂ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ, ਜਿਹੜੇ ਕਿ ਗੌਰਮੈਂਟ ਕਾਲਜ ਮਲੇਰਕੋਟਲਾ ਦੇ ਵਿੱਚ ਬਤੌਰ ਵਾਈਸ ਪ੍ਰਿੰਸੀਪਲ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਮਨੋਵਿਗਿਆਨ ਵਿਭਾਗ ਦੇ ਮੁਖੀ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ। ਗੱਲਬਾਤ ਸ਼ੁਰੂ ਕਰ ਲੈਂਦੇ ਹਾਂ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਆਪਣੇ ਵਿਊਅਰਸ ਨੂੰ ਜਿਹੜੀ ਆ ਇੱਕ ਸਹੀ ਪ੍ਰੋਸਪੈਕਟ ਜ਼ਿੰਦਗੀ ਨੂੰ ਲੈ ਕੇ ਦੇ ਸਕੀਏ। ਸੋ ਗੱਲਬਾਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਜੀ। ਨਮਸਕਾਰ ਜੀ ਡਾਕਟਰ ਸਾਹਿਬ, ਪਿਛਲੀ ਵਾਰ ਆਪਾਂ ਗੱਲ ਕੀਤੀ ਸੀ, ਬੜੀ ਮਕਬੂਲ ਹੋਈ ਹੈ ਤੁਹਾਡੀ ਉਹ ਗੱਲਬਾਤ, ਲੋਕਾਂ ਨੇ ਕਾਫੀ ਸਰਾਹਿਆ ਵੀ ਹੈ। ਖੁਸ਼ੀ ਦੇ ਉੱਤੇ ਅਸੀਂ ਗੱਲਬਾਤ ਕੀਤੀ ਸੀ ਕਿ ਕਿਵੇਂ ਖੁਸ਼ ਬੰਦਾ ਹੋ ਸਕਦਾ ਹੈ, ਤੇ ਜੇਕਰ ਖੁਸ਼ੀ ਸਾਡੇ ਅੰਦਰ ਹੈ ਤੇ ਫਿਰ ਡਰ ਕਿੱਥੋਂ ਆਉਂਦਾ ਜੀ? ਡਰ ਐਕਚੁਅਲੀ ਫੀਅਰ ਇਹ ਵੀ ਦੋ ਤਰ੍ਹਾਂ ਦਾ ਹੈ। ਦੇਖੋ, ਇੱਕ ਤਾਂ ਹੁੰਦਾ ਹੈ ਹਕੀਕਤ ਵਾਲਾ ਡਰ, ਜਿਹੜਾ ਕਿ ਖੁਦਾ ਤੋਂ ਡਰਨਾ, ਮੌਤ ਦਾ ਡਰ, ਜੰਗਲੀ ਜਾਨਵਰ ਦੇ ਅਟੈਕ ਦਾ ਡਰ ਜੀ। ਤੇ ਦੂਸਰਾ ਹੁੰਦਾ ਹੈ ਫੋਬੀਆ। ਫੋਬੀਆ ਜੋ ਹੈ ਜਿਸ ਨੂੰ ਕਹਿੰਦੇ ਹਨ ਇਰਰੈਸ਼ਨਲ ਫੀਅਰ, ਜਿਹੜਾ ਕਿ ਹਕੀਕਤ ਦੇ ਵਿੱਚ ਡਰ ਨਹੀਂ ਹੁੰਦਾ ਲੇਕਿਨ ਇਨਸਾਨ ਨੂੰ ਮਹਿਸੂਸ ਹੁੰਦਾ ਹੈ ਉਸ ਚੀਜ਼ ਤੋਂ ਡਰ। ਜਿਵੇਂ ਕਾਫੀ 50 ਦੇ ਉੱਪਰ ਡਰ ਹਨ, ਜਿਵੇਂ ਕਿ ਹਾਈਡਰੋਫੋਬੀਆ, ਪਾਇਰੋਫੋਬੀਆ, ਜ਼ੂਫੋਬੀਆ, ਨਾਈਨੋਫੋਬੀਆ। ਤੋ ਇਸ ਤਰੀਕੇ ਨਾਲ ਉਚਾਈ ਦਾ ਡਰ ਔਰ ਉਸ ਤੋਂ ਇਲਾਵਾ ਪਾਣੀ ਦਾ ਡਰ ਔਰ ਜਾਨਵਰਾਂ ਤੋਂ ਡਰਨਾ ਔਰ ਇਸ ਤਰੀਕੇ ਨਾਲ 13 ਨੰਬਰ ਦਾ ਡਰ। ਤਾਂ ਇਹ ਜਿਹੜੇ ਹਨ ਦੈਟ ਇਜ਼ ਕਾਲਡ ਇਰਰੈਸ਼ਨਲ ਫੀਅਰ ਹੁੰਦੇ ਹਨ, ਜਿਹੜੇ ਕਿ ਹਕੀਕਤ ਦੇ ਵਿੱਚ ਡਰ ਨਹੀਂ ਹੁੰਦੇ ਔਰ ਲੇਕਿਨ ਇਨਸਾਨ ਉਹਨਾਂ ਤੋਂ ਡਰਦਾ ਹੈ। ਤਾਂ ਇਹ ਡਰ ਜਿਹੜਾ ਹੈ ਇੱਕ ਇਨਸਾਨ ਦੇ ਅੰਦਰ ਪੈਦਾ ਕਿਵੇਂ ਹੁੰਦਾ ਹੈ? ਕੁਐਸਚਨ ਇਹ ਹੈ ਕਿ ਸਭ ਤੋਂ ਪਹਿਲਾਂ ਕਿ ਪੈਦਾ ਕਿਵੇਂ ਹੁੰਦਾ ਹੈ ਇਨਸਾਨ ਦੇ ਅੰਦਰ ਡਰ। ਐਕਚੁਅਲੀ ਇਨਸਾਨ ਦੇ ਅੰਦਰ ਡਰ ਪੈਦਾ ਇਸ ਤਰੀਕੇ ਨਾਲ ਹੁੰਦਾ ਹੈ ਜਦੋਂ ਸਭ ਤੋਂ ਪਹਿਲਾਂ ਇਨਸਾਨ ਆਪਣੇ ਆਪ ਨੂੰ ਅੰਡਰ ਐਸਟੀਮੇਟ ਕਰਨ ਲੱਗ ਜਾਵੇ। ਜੋ ਤੁਹਾਡੇ ਸਾਹਮਣੇ ਸਟ੍ਰੈਸ, ਪ੍ਰੋਬਲਮ, ਕੋਈ ਇੱਦਾਂ ਦੀ ਪਰੇਸ਼ਾਨੀ ਆਉਂਦੀ ਹੈ ਉਸ ਨੂੰ ਤੁਸੀਂ ਓਵਰ ਐਸਟੀਮੇਟ ਕਰੋ। ਜਦ ਤੁਸੀਂ ਉਸ ਨੂੰ ਓਵਰ ਐਸਟੀਮੇਟ ਕਰਦੇ ਹੋ ਤਾਂ ਇਨਸਾਨ ਦੇ ਅੰਦਰ ਇਹ ਭੈ ਪੈਦਾ ਹੋ ਜਾਂਦਾ ਹੈ ਕਿ ਹਾਊ ਟੂ ਓਵਰਕਮ ਮਾਈ ਦਿਸ ਵਰਕ ਜਾਂ ਦਿਸ ਫੀਅਰ। ਤਾਂ ਉਹ ਡਰ ਨੂੰ ਖ਼ਤਮ ਕਰਨ ਦੇ ਲਈ ਉਹ ਆਪਣੇ ਆਪ ਨੂੰ ਨਫਸਿਆਤੀ ਤੌਰ 'ਤੇ ਡਾਊਨ ਹੋ ਜਾਂਦਾ ਹੈ, ਬ੍ਰੇਕ ਡਾਊਨ ਹੋ ਜਾਂਦਾ ਹੈ, ਜਿਸ ਨਾਲ ਕਿਸੇ ਨਾ ਕਿਸੇ ਬਿਮਾਰੀ ਦੇ ਵਿੱਚ ਸ਼ਿਕਾਰ ਹੋ ਜਾਂਦਾ ਹੈ। ਤਾਂ ਇਹ ਫੋਬੀਆ ਵੀ ਇੱਕ ਮਾਨਸਿਕ ਰੋਗ ਹੈ ਔਰ ਡਰ ਜੋ ਹੈ। ਔਰ ਜਿਵੇਂ ਅਮਰੀਕਨ ਆਥਰ ਨੇ ਵਿਨ ਡਾਇਰ, ਉਸਨੇ ਇਹ ਗੱਲ ਕਹੀ ਕਿ ਇਨਸਾਨ ਜੋ ਹੈ ਕਿ ਜਦੋਂ ਉਹ ਇਹ ਗੱਲ ਕਹਿ ਰਹੇ ਨੇ ਕਿ ਜਦੋਂ ਇਨਸਾਨ ਆਪਣੇ ਰਸਤੇ ਨੂੰ ਚੇਂਜ ਕਰ ਲਵੇ ਤਾਂ ਚੀਜ਼ਾਂ ਆਪਣੇ ਆਪ ਚੇਂਜ ਹੋ ਜਾਂਦੀਆਂ ਹਨ। ਕਿ ਮਤਲਬ ਕਿ ਤੁਹਾਡੀ ਜੋ ਤੁਹਾਡੇ ਅੰਦਰ ਪਰੇਸ਼ਾਨੀ ਆ ਰਹੀ ਹੈ, ਅਗਰ ਤੁਸੀਂ ਉਸ ਨੂੰ ਚੈਲੰਜ ਦੇ ਵਿੱਚ ਉਸ ਨੂੰ ਲਵੋ ਤਾਂ ਤੁਹਾਨੂੰ ਪਰੇਸ਼ਾਨੀ ਨਹੀਂ ਆਏਗੀ। ਜਿਵੇਂ ਸਪੋਜ਼ ਕਰੋ ਕਿ
ਮੇਰੇ ਕੋਲ ਇੰਨੀ ਘੱਟ ਮਕਦਾਰ ਦੇ ਵਿੱਚ ਪੈਸਾ ਹੈ ਔਰ ਲੇਕਿਨ ਮੈਨੇ ਜੋ ਆਪਣੀ ਜ਼ਰੂਰਤ ਪੂਰੀ ਕਰਨੀ ਹੈ, ਘਰ ਦੇ ਵਿੱਚ ਕੋਈ ਸ਼ਾਦੀ ਆ ਗਈ, ਕੋਈ ਹੋਰ ਚੀਜ਼ ਲੈਣੀ ਹੈ, ਉਹ ਜ਼ਿਆਦਾ ਅਮਾਉਂਟ ਚਾਹੀਦੀ ਹੈ, ਤਾਂ ਉਹ ਅਮਾਉਂਟ ਨੂੰ ਜਿਹੜਾ ਹੈ, ਇਹ ਜਿਹੜਾ ਸਟ੍ਰੈਸ ਹੈ ਇਨਵਾਇਰਨਮੈਂਟ ਤੋਂ ਸਾਡੇ ਅੰਦਰ ਆਉਂਦਾ ਹੈ, ਇਸ ਨੂੰ ਅਸੀਂ ਅਗਰ ਲੈ ਲਈਏ ਆਪਣੇ ਉੱਤੇ, ਦਿਮਾਗ ਦੇ ਉੱਤੇ ਅਸਰ ਪਾ ਲਈਏ, ਆਪਣੇ ਆਪ ਨੂੰ ਅੰਡਰ ਐਸਟੀਮੇਟ ਕਰ ਲਈਏ, ਉਹ ਜੋ ਪ੍ਰੋਬਲਮ ਹੈ 1000 ਰੁਪਏ ਨੂੰ ਕਲੈਕਟ ਕਰਨ ਦੀ, $1000 ਨੂੰ ਕਰਨ ਦੀ, ਤਾਂ ਉਹ $1000 ਨੂੰ ਹਾਊ ਟੂ ਕਲੈਕਟ, ਹਾਊ ਟੂ ਮੈਂ ਕਿਵੇਂ ਹਾਸਲ ਕਰਾਂ, ਇਹ ਚੀਜ਼ ਨੂੰ ਅਗਰ ਅਸੀਂ ਚੈਲੰਜ ਦੇ ਤੌਰ 'ਤੇ ਲਈਏ ਤਾਂ ਅਸੀਂ ਉਸ ਚੀਜ਼ ਨੂੰ ਹਾਸਲ ਕਰ ਸਕਦੇ ਹਾਂ। ਕਿਉਂਕਿ ਕੁਝ ਸਮਾਂ ਹੁੰਦਾ, ਉਸ ਸਮੇਂ ਵਿੱਚ ਕੋਈ ਨਾ ਕੋਈ ਅਸੀਂ ਆਪਣੀ ਟੈਕਨੀਕ ਨੂੰ, ਕੋਈ ਆਪਣੇ ਮਾਈਂਡ ਨੂੰ, ਕਿ ਇਨਸਾਨ ਨੂੰ ਅਸ਼ਰਫ ਮਖਲੂਕਤ ਬਣਾਇਆ ਹੈ, ਤਾਂ ਉਸ ਨੂੰ ਓਵਰਕਮ ਕਰ ਸਕਦਾ ਹੈ। ਫਿਰ ਡਾਕਟਰ ਸਾਹਿਬ, ਇੱਕ ਬੜਾ ਵੱਡਾ ਸਵਾਲ ਇੱਥੇ ਇਹ ਆਉਂਦਾ ਹੈ, ਸਾਨੂੰ ਇੱਥੇ ਹੁਣ ਲਕੀਰ ਖਿੱਚਣ ਦੀ ਜ਼ਰੂਰਤ ਹੈ, ਅਸਲ ਡਰ ਤੇ ਫੋਬੀਆ, ਕਿਉਂਕਿ ਜ਼ਿਆਦਾਤਰ ਕਹਿ ਦਿੱਤਾ ਜਾਂਦਾ ਜੀ ਤੁਹਾਨੂੰ ਤਾਂ ਫੋਬੀਆ ਹੋ ਗਿਆ। ਅਕਸਰ ਅਸੀਂ ਸੋਚਦੇ ਹਾਂ ਅਗਰ ਕੋਈ ਕਿਸੇ ਤਰ੍ਹਾਂ ਦੀ ਕੋਈ ਗਤੀਵਿਧੀਆਂ ਅਜਿਹਾ ਹੁੰਦਾ ਤਾਂ ਅਕਸਰ ਸਾਡੀ ਜ਼ੁਬਾਨ 'ਤੇ ਹੁੰਦਾ ਕਿ ਤੈਨੂੰ ਤਾਂ ਫੋਬੀਆ ਹੋ ਗਿਆ, ਤੇ ਫਿਰ ਡਰ ਤੇ ਫੋਬੀਆ ਦੇ ਵਿੱਚ ਲਕੀਰ ਕਿਵੇਂ ਖਿੱਚ ਸਕਦੇ ਹਾਂ ਜੀ ਅਸੀਂ? ਇਹ ਐਕਚੁਅਲੀ ਜਿਵੇਂ ਇੱਕ ਬਹੁਤ ਬੜੇ ਮਸ਼ਹੂਰ ਸਾਈਕੋਲੋਜਿਸਟ ਹੋਏ ਨੇ, ਸਾਈਕੋ ਐਨਾਲਿਸਟ ਕਹਿੰਦੇ ਨੇ, ਬਲਕਿ ਹੀ ਇਜ਼ ਅ ਫਾਦਰ ਆਫ ਸਾਈਕੋਲੋਜੀ, ਫਰਾਇਡ, ਸਿਗਮੰਡ ਫਰਾਇਡ, ਜਿਹੜੇ ਕਿ ਯੂਰਪ ਦੇ ਵਿੱਚ ਵਿਆਨਾ, ਆਸਟਰੀਆ ਜਿਹੜਾ ਹੈ ਉਸਦੇ ਕੈਪੀਟਲ ਹੈ ਵਿਆਨਾ, ਉੱਥੇ ਪੈਦਾ ਹੋਏ। ਉਹਨਾਂ ਨੇ ਜਿਹੜਾ ਹੈ ਇਹ ਡਰ ਦੇ ਫੋਬੀਆ ਦੇ ਬਾਰੇ ਗੱਲ ਕੀਤੀ ਕਿ ਜਦੋਂ ਸੁਪਰ ਈਗੋ ਤੇ ਇਡ ਆਪਸ ਦੇ ਵਿੱਚ, ਇਹਨਾਂ ਦਾ ਆਪਸ 'ਚ ਕਲੈਸ਼ ਹੋ ਜਾਵੇ, ਆਪਸ 'ਚ ਇਹ ਇੱਕ ਦੂਜੇ ਨਾਲ ਲੜਦੇ ਹਨ, ਜਦੋਂ ਇਡ ਹਾਵੀ ਹੋ ਜਾਂਦੀ ਹੈ ਤਾਂ ਇਨਸਾਨ ਜੋ ਹੈ ਉਹ ਫੋਬੀਆ, ਐਂਜ਼ਾਈਟੀ, ਇਹ ਚੀਜ਼ਾਂ ਦਾ। ਸਾਨੂੰ ਆਮ ਸ਼ਬਦਾਂ 'ਚ ਸਮਝਾਓਗੇ ਕਿ ਇਡ ਤੇ ਸੁਪਰ ਈਗੋ ਦਾ ਜਿਹੜਾ ਕਨਸੈਪਟ ਤੁਸੀਂ ਦੱਸ ਰਹੇ ਹੋ ਹੈ ਕੀ ਚੀਜ਼, ਕਿਹੜੀਆਂ ਅਵਸਥਾਵਾਂ ਨੇ ਮਨ ਦੀਆਂ? ਇਨਸਾਨ ਦਾ ਜਿਹੜੀ ਪਰਸਨੈਲਿਟੀ ਹੈ 3 ਹਿੱਸੇ 'ਚ ਵੰਡੀ ਹੋਈ ਹੈ, ਇੱਕ ਇਡ, ਇੱਕ ਸੁਪਰ, ਇੱਕ ਈਗੋ, ਇੱਕ ਸੁਪਰ ਈਗੋ। ਇਡ ਜੋ ਹੈ ਡੈਟ ਇਜ਼ ਕਾਲਡ, ਜਿਹਨੂੰ ਅਸੀਂ ਕਹਿੰਦੇ ਸ਼ੈਤਾਨੀ ਵਸਵਸੇ, ਔਰ ਇਸ ਨੂੰ ਉਹਨਾਂ ਨੇ ਆਪਣੇ ਨਾਂ ਦਿੱਤਾ, ਇਹਨੂੰ ਪਲੈਜ਼ਰ ਪ੍ਰਿੰਸੀਪਲ ਕਿਹਾ ਕਿ ਪਲੈਜ਼ਰ ਪ੍ਰਿੰਸੀਪਲ, ਜਿਵੇਂ ਸ਼ੈਤਾਨ ਚਾਹੁੰਦਾ ਹੈ ਕਿ ਪਲੈਜ਼ਰ, ਖੁਸ਼ੀ ਹਾਸਲ ਕਰਨਾ, ਕਿ ਮੈਂ ਹਰ ਚੀਜ਼ ਨੂੰ ਪ੍ਰਾਪਤ ਕਰ ਲਵਾਂ, ਹਾਸਲ ਕਰ ਲਵਾਂ, ਦੈਟ ਇਜ਼ ਕਾਲਡ ਇਡ। ਠੀਕ ਹੈ ਨਾ? ਉਸ ਦੇ ਵਿੱਚ ਇਨਸਾਨ ਬਸ ਜੋ ਉਸਦੇ ਮਾਈਂਡ ਦੇ ਵਿੱਚ ਜਾਂ ਜੋ ਵਸਵਸਾ ਪੈਦਾ ਹੋਇਆ ਉਹ ਚੀਜ਼ ਹਾਸਲ ਕਰ, ਚਾਹੇ ਉਹ ਜੋ ਹੈ ਸਹੀ ਹੈ, ਚਾਹੇ ਉਹ ਗਲਤ ਹੈ, ਚਾਹੇ ਉਹ ਲੀਗਲ ਹੈ, ਚਾਹੇ ਨਾਨ ਲੀਗਲ ਹੈ, ਮੈਨੂੰ ਕਿਸੇ ਵੀ ਐਨੀ ਕੋਸਟ ਉਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨਾ, ਡੈਟ ਇਜ਼ ਕਾਲਡ ਇਡ। ਜਿਹੜੀ ਸੁਪਰ ਈਗੋ, ਡੈਟ ਇਜ਼ ਕਾਲਡ, ਇਸ ਨੂੰ ਫਰਾਇਡ ਨੇ ਦਿੱਤਾ ਕੌਨਸਾਇੰਸ ਪ੍ਰਿੰਸੀਪਲ। ਕੌਨਸਾਇੰਸ ਦਾ ਮਤਲਬ ਹੁੰਦਾ ਹੈ ਜਿਹਦੇ ਵਿੱਚ ਅਸੀਂ ਅਕਲ ਕਹਿੰਦੇ ਹਾਂ, ਠੀਕ ਹੈ ਨਾ, ਜਿਸ ਦੇ ਵਿੱਚ ਇਨਸਾਨ ਆਪਣੇ ਕੌਨਸ਼ੀਅਸ ਨੂੰ, ਤਰਕ ਜਿਹਨੂੰ ਅਸੀਂ ਕਹਿ ਸਕਦੇ ਹਾਂ, ਕੌਨਸ਼ੀਅਸ ਨੂੰ, ਆਪਣੀ ਕੌਨਸਾਇੰਸ ਨੂੰ, ਅਕਲ ਨੂੰ ਇਸਤੇਮਾਲ ਕਰਕੇ ਉਸ ਨੂੰ ਹਾਸਲ ਕਰਦਾ ਹੈ। ਔਰ ਈਗੋ ਜੋ ਹੈ ਦੋਨਾਂ ਦੇ ਵੀ ਇੱਕ ਬ੍ਰਿਜ ਦਾ ਕੰਮ ਕਰਦੀ ਹੈ। ਜਦੋਂ ਸਾਡੀ ਸੁਪਰ ਈਗੋ, ਜੋ ਸਪੋਜ਼ ਕਰੋ ਜਿਹੜਾ ਸਾਡਾ ਅੰਦਰ ਜ਼ਮੀਰ ਹੈ, ਅੰਦਰ ਜੋ ਸਾਨੂੰ, ਜਦੋਂ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਤਾਂ ਉਹ ਸਾਨੂੰ ਅੰਦਰ ਹੀ ਅੰਦਰ ਮਲਾਮਤ ਕਰਦਾ ਹੈ। ਭਾਵੇਂ ਤੁਸੀਂ ਇਕੱਲੇ ਹੋਵੋ, ਅਗਰ ਤੁਸੀਂ ਉਹ ਗਲਤ ਕਰ ਰਹੇ ਹੋਵੋ ਤਾਂ ਤੁਹਾਨੂੰ ਕਿਸੇ ਨਾ ਕਿਸੇ ਨੂੰ ਧੋਖਾ ਦਿੱਤਾ ਹੁੰਦਾ ਤਾਂ ਤੁਹਾਡੇ ਅੰਦਰ ਤੁਹਾਨੂੰ ਕਹਿੰਦਾ ਹੈ, ਦੈਟ ਇਜ਼ ਕਾਲਡ ਸੁਪਰ ਈਗੋ, ਜਿਹੜਾ ਕਿ ਤੁਹਾਨੂੰ ਅੰਦਰ ਤੁਹਾਨੂੰ ਇੱਕ ਡਰਾਉਂਦਾ ਹੈ, ਤੁਹਾਡੇ ਅੰਦਰ ਇੱਕ ਖੌਫ ਪੈਦਾ ਕਰਦਾ ਹੈ, ਦੈਟ ਇਜ਼ ਕਾਲਡ ਸੁਪਰ ਈਗੋ। ਉਹ ਤੁਹਾਨੂੰ ਇਹ ਚੀਜ਼ ਨੂੰ ਕਹਿੰਦਾ ਹੈ ਕਿ ਵੀ ਤੈਨੇ ਗਲਤ ਕੀਤਾ। ਤਾਂ ਇਹ ਜੋ ਕੌਨਸਾਇੰਸ ਹੈ, ਇਹ ਜੋ ਹੈ ਹਮ ਇਨਸਾਨ ਨੂੰ, ਜਿਵੇਂ ਇੱਕ ਨੌਜਵਾਨ ਕਾਲਜਾਂ ਵਿੱਚ ਦੇਖਦੇ ਹਾਂ ਕਿ ਲੜਕੇ ਲੜਕੀ ਦਾ, ਕਿ ਅਗਰ ਉਹ ਆਪਸ 'ਚ ਪਿਆਰ ਕਰਦੇ ਹਨ ਤਾਂ ਮਾਂ-ਬਾਪ ਨਹੀਂ ਮੰਨਦੇ ਤਾਂ ਲੜਕਾ ਉਸ ਨੂੰ, ਲੜਕੀ ਨੂੰ ਜੋ ਹੈ ਸ਼ਾਦੀ ਉਸ ਨਾਲ ਆਪਣੇ ਪੇਰੈਂਟਸ ਤੋਂ ਇਲਾਵਾ ਜਾਂ ਉਸ ਨੂੰ ਲੈ ਕੇ ਕਰਨ ਦੀ ਕੋਸ਼ਿਸ਼ ਕਰਦਾ ਹੈ। ਲੇਕਿਨ ਸੁਪਰ ਈਗੋ ਮਤਲਬ ਇਹ ਕਿ ਤੁਹਾਨੇ ਆਪਣੀ ਜੋ ਜ਼ਰੂਰਤ ਸ਼ਾਦੀ ਕਰਨੀ ਹੈ ਤਾਂ ਕੰਸੈਂਟ ਦੇ ਨਾਲ ਕੀਤੀ ਜਾਵੇ, ਇੱਕ ਸਮਾਜ ਦੀ ਰੀਤੀ ਰਿਵਾਜਾਂ ਦੇ ਨਾਲ ਕੀਤੀ ਜਾਵੇ, ਮਾਂ-ਬਾਪ ਦੀ ਰਜ਼ਾਮੰਦੀ ਨਾਲ ਕੀਤੀ, ਦੈਟ ਇਜ਼ ਕਾਲਡ ਸੁਪਰ ਈਗੋ। ਦੂਜੇ ਪਾਸੇ ਇਡ ਉਸ ਨੂੰ ਜ਼ੋਰ ਦਿੰਦਾ ਹੈ ਕਿ ਨਹੀਂ, ਪੇਰੈਂਟਸ ਨੇ ਨਹੀਂ ਬਣਨਾ, ਸਮਾਜ ਨੇ ਨਹੀਂ ਬਣਨਾ, ਕਿਉਂਕਿ ਆਪਣੀ ਜੋ ਹੈ ਸ਼ਾਦੀ ਲਵ ਮੈਰਿਜ ਹੈ, ਚਾਹੇ ਉਹ ਕਾਸਟ ਕਰਕੇ ਹੈ, ਚਾਹੇ ਹੋਰ ਕਿਸੇ ਤਰੀਕੇ ਨਾਲ ਹੈ, ਤਾਂ ਉਸ ਜਗ੍ਹਾ 'ਤੇ ਉਹ ਉਸ ਨੂੰ ਜੋ ਹੈ ਗਲਤ ਮੈਥਡ ਨੂੰ ਲਾਗੂ ਕਰਨ ਵਾਸਤੇ ਵਸਵਸੇ ਪੈਦਾ ਕਰਦਾ ਹੈ। ਉਹ ਇਡ ਉਸ ਨੂੰ ਕਰਦੀ ਹੈ। ਈਗੋ ਜੋ ਹੈ ਇੱਕ ਬ੍ਰਿਜ ਦਾ ਕੰਮ ਕਰਦੀ ਹੈ। ਇਡ ਜੋ ਹੈ ਉਹ ਇੱਕ ਦਰਮਿਆਨੀ, ਉਸ ਦੋਨਾਂ ਦੇ ਵਿੱਚ ਇੱਕ, ਜਦੋਂ ਇਡ ਇੱਕ ਬ੍ਰਿਜ ਦਾ ਕੰਮ ਕਰੇ ਤਾਂ ਇਨਸਾਨ ਨੋਰਮਲ ਲਾਈਫ ਗੁਜ਼ਾਰਦਾ ਹੈ। ਤਾਂ ਈਗੋ ਦਾ ਕੰਮ ਆਪਸ ਦੇ ਵਿੱਚ ਇੱਕ ਹਮਵਾਰ ਜ਼ਿੰਦਗੀ ਪੈਦਾ ਕਰਨਾ, ਤਾਂ ਔਰ ਉਹ ਇਹ ਗੱਲ ਕਹੇਗੀ ਕਿ ਸ਼ਾਦੀ ਕਰੋ ਲੇਕਿਨ
ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਐਗਰੀਮੈਂਟ ਦੇ ਥਰੂ ਤੁਸੀਂ ਸ਼ਾਦੀ ਕਰ ਸਕਦੇ ਹੋ। ਆਪਣੇ ਪੇਰੈਂਟਸ ਨੂੰ ਮਨਾਉਣ ਤੋਂ ਬਾਅਦ ਸ਼ਾਦੀ ਕਰੋ। ਤਾਂ ਇਸ ਤਰੀਕੇ ਨਾਲ ਜਿਹੜਾ ਇਹ ਜਦੋਂ ਸੁਪਰ ਈਗੋ ਡੋਮੀਨੇਟ ਹੁੰਦਾ ਹੈ ਤਾਂ ਇਨਸਾਨ ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਅੱਛਾ ਇਨਸਾਨ ਬਣਦਾ ਹੈ। ਜਦੋਂ ਜਿਹੜਾ ਕਿ ਲੋਕ ਜਿਸ ਨੂੰ ਸ਼ਰੀਫ ਵੀ ਕਹਿ ਦਿੰਦੇ ਹਨ, ਜਿਸ ਨੂੰ ਨੇਕ ਦਿਲ ਇਨਸਾਨ ਵੀ ਕਹਿ ਦਿੰਦੇ ਹਨ, ਜਿਸ ਨੂੰ ਇਨਸਾਨ ਫਿਲੈਂਥਰੋਪਿਸਟ ਵੀ ਕਹਿ ਦਿੰਦੇ ਹਨ, ਲੇਕਿਨ ਜਦੋਂ ਈਡ ਹਾਵੀ ਹੁੰਦੀ ਹੈ ਤਾਂ ਜਿਸ ਨੂੰ ਆਪਾਂ ਅਕਸਰ ਕਹਿੰਦੇ ਹਾਂ ਕਿ ਸ਼ੈਤਾਨ ਵਿਅਕਤੀ ਹੈ। ਮੀਨ ਇਹ ਲੋਕਾਂ ਦੇ ਅੰਦਰ ਜੋ ਹੈ ਤਲਕਾਤ ਖਰਾਬ ਕਰਦਾ ਹੈ, ਆਪਸ 'ਚ ਲੜਾਈਆਂ ਫਸਾਦ ਫੈਲਾਉਂਦਾ ਹੈ। ਤਾਂ ਇਹ ਚੀਜ਼ ਹੈ। ਹੁਣ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ, ਬੜੀ ਇੰਟਰਸਟਿੰਗ ਤੁਸੀਂ ਗੱਲਬਾਤ ਕਰ ਰਹੇ ਹੋ। ਤੇ ਫਿਰ ਡਾਕਟਰ ਸਾਹਿਬ ਵੱਡਾ ਸਵਾਲ ਇਹ ਹੈ ਕਿ ਸਾਡੇ ਤੇ ਇੱਡ ਹੈ ਜਿਹੜੀ ਉਹ ਹਾਵੀ ਨਾ ਹੋਵੇ ਤੇ ਸਾਡੇ ਵਿੱਚ ਜਿਹੜੀ ਸੁਪਰ ਈਗੋ ਹੈ ਉਹ ਭਾਰੀ ਰਹੇ ਸਾਡੀ ਜ਼ਿੰਦਗੀ ਭਰ, ਕਿਉਂਕਿ ਫੇਰ ਹੀ ਖੌਫ ਜਾਏਗਾ, ਬੇਮਤਲਬਾ ਖੌਫ, ਬੇਮਤਲਬਾ ਡਰ ਫੇਰ ਹੀ ਜਾਏਗਾ। ਕੋਈ ਐਲੀਮੈਂਟ ਇਦਾਂ ਦੇ ਹੁੰਦੇ ਨੇ ਕਿ ਅਸੀਂ ਇੱਡ ਨੂੰ ਹਾਵੀ ਨਾ ਹੋਣ ਦਈਏ ਤੇ ਸਾਡੀ ਜਿਹੜੀ ਸੁਪਰ ਈਗੋ ਹੈ ਉਹ ਹਮੇਸ਼ਾ ਸਾਡੇ ਤੇ ਭਾਰੀ ਰਹੇ। ਨਹੀਂ, ਐਕਚੁਅਲੀ ਹਾਂ, ਮੈਂ ਇਹ ਤੁਹਾਨੂੰ ਬੜਾ ਅੱਛੀ ਗੱਲ ਹੋਈ ਹੈ ਕਿ ਮੈਂ ਤੁਹਾਨੇ ਪੜ੍ਹਿਆ ਹੋਏਗਾ, ਮੈਨੇ ਥੋੜ੍ਹੇ ਕੁਰਾਨ ਦੀ ਸਟੱਡੀ ਕੀਤੀ, ਉਸ ਦੇ ਵਿੱਚ ਮੈਨੇ ਦੇਖਿਆ ਕਿ ਇਨਸਾਨ ਜੋ ਹੈ ਇਹ ਮਿੱਟੀ ਤੋਂ ਬਣਾਇਆ ਗਿਆ ਹੈ, ਜੋ ਕੁਰਾਨ ਕਹਿੰਦਾ ਹੈ। ਲੇਕਿਨ ਇਸ ਦੀ ਜਿਹੜੀ ਰੂਹ ਹੈ ਉਹ ਅੱਲਾ ਦਾ ਜੋ ਸਾਹ ਹੈ, ਜਦੋਂ ਇਨਸਾਨ ਦੇ ਅੰਦਰ ਫੂਕੀ ਤਾਂ ਉਹ ਸਾਡੀ ਜਿਸ ਨੂੰ ਅਸੀਂ ਸੋਲ ਕਹਿੰਦੇ ਹਾਂ, ਰੂਹ, ਉਹ ਅੱਲਾ ਦੀ ਜਿਹੜੀ ਸਾਹ ਹੈ ਉਹ ਸਾਡੇ ਅੰਦਰ ਹੈ। ਜਦੋਂ ਅਸੀਂ ਕੋਈ ਅੱਛੇ ਕੰਮ ਕਰਦੇ ਹਾਂ ਉਹ ਸਿਰਫ ਉਸ ਰੂਹ ਜੋ ਸਾਡੇ ਅੰਦਰ ਹੈ ਉਸ ਨਾਲ ਅਸੀਂ ਕਰਦੇ ਹਾਂ। ਔਰ ਜੋ ਸਾਡਾ ਸਰੀਰ ਹੈ, ਠੀਕ ਹੈ, ਅਗਰ ਉਸ ਨੂੰ ਅਸੀਂ ਜੋ ਸਾਡੇ ਕੋਲ ਬੁਰੇ ਕੰਮ, ਕਿਉਂਕਿ ਕੁਰਾਨ ਦੇ ਵਿੱਚ ਆਉਂਦਾ ਹੈ ਕਿ ਇਹ ਇੱਕ ਘਟੀਆ ਮਿੱਟੀ ਤੋਂ ਮੈਨੇ ਇਨਸਾਨ ਨੂੰ ਬਣਾਇਆ ਹੈ, ਤਾਂ ਜਿਹਦੇ ਵਿੱਚ ਘਟੀਆ ਮਿੱਟੀ ਹੁੰਦੀ ਹੈ, ਠੀਕ ਹੈ ਨਾ, ਜਿਸ ਕਰਕੇ ਸਾਡੇ ਅੰਦਰ ਜਿਹੜੀ ਇੱਡ ਹੈ ਉਹ ਉਸ ਐਸਪੈਕਟ ਤੋਂ ਆਈ ਹੈ। ਇਸੇ ਕਰਕੇ ਜਲਾਲੁਦੀਨ ਰੂਮੀ ਜੋ ਬੜੇ ਅੱਛੇ ਹੋਏ ਨੇ, ਉਹਨਾਂ ਨੇ ਬੜੇ ਅੱਛੀ ਗੱਲ ਕਹੀ ਹੈ, ਕਹਿੰਦਾ तुम्हारी असली हस्ती तुम्हारी सोच है, बाकी तो सिर्फ हड्डियाँ और बाकी गोश्त है। ਇਹ ਰੂਹੀ ਬਹੁਤ ਬੜੇ ਫਿਲਾਸਫਰ ਹੋਏ ਨੇ, ਉਹਨਾਂ ਨੇ ਗੱਲ ਕਹੀ ਹੈ ਕਿ ਇਨਸਾਨ ਦੀ ਸੋਚ ਹੈ, ਨਹੀਂ ਬਾਕੀ ਇਨਸਾਨ ਦਾ ਜੋ ਹੈ ਕੁਛ ਨਹੀਂ ਹੈ ਇਨਸਾਨ ਕੋਲ, ਉਹ ਤਾਂ ਉਹਦੀਆਂ ਹੱਡੀਆਂ ਤੇ ਉਹਦਾ ਬਾਕੀ ਗੋਸ਼ਤ ਹੈ। ਤਾਂ ਇਹਦਾ ਮਤਲਬ ਕੀ ਹੁੰਦਾ ਹੈ ਕਲੀਅਰ ਕਿ ਇਨਸਾਨ ਦੀ ਜਿਹੜੀ ਸੁਪਰ ਈਗੋ ਹੈ ਉਹ ਇਨਸਾਨ ਦੇ ਅੰਦਰ ਪੈਦਾ ਕਿਵੇਂ ਹੁੰਦੀ ਹੈ ਕਿ ਉਹ ਆਪਣੇ ਹਾਵੀ ਰੱਖੇ, ਉਹ ਦੂਸਰਿਆਂ ਦੀ ਮਦਦ ਕਰਨਾ ਤੇ ਖੁਦਾ ਦੇ ਨਾਲ ਆਪਣਾ ਰਿਸ਼ਤਾ ਕਾਇਮ ਕਰਨਾ, ਔਰ ਇਸ ਤੋਂ ਇਲਾਵਾ ਆਪਣੇ ਆਪ ਨੂੰ ਦੂਜਿਆਂ ਦੇ ਲਈ ਸਹਿਮਤੀ ਦੇ ਨਾਲ ਇੰਪੈਥੀ ਵੀ ਪੈਦਾ ਕਰਨੀ। ਸਾਡੇ ਮਨ ਦੇ ਉੱਤੇ, ਸਾਡੀ ਜ਼ਿੰਦਗੀ ਦੇ ਉੱਤੇ ਡਰ ਖਤਮ ਕਰਨਾ ਹੈ ਤਾਂ ਸਾਨੂੰ ਜਿਹੜਾ ਚੰਗਾ ਰਸਤਾ ਹੈ, ਭਲਾਈ ਵਾਲੇ ਰਸਤੇ ਵੱਲ ਨੂੰ ਤੁਰਨਾ ਪਏਗਾ। ਹਰ ਧਰਮ ਇਸ ਗੱਲ ਤੇ ਸ਼ਹਾਦਤ ਦਿੰਦਾ ਹੈ, ਹਰ ਧਰਮ ਇਸ ਗੱਲ ਦੀ ਤਰਫ ਗਵਾਹੀ ਦਿੰਦਾ ਹੈ ਕਿ ਚਾਹੇ ਉਹ ਸਿੱਖੀਜ਼ਮ ਹੈ, चाहे वो इस्लाम है, चाहे हिंदुइज़्म है, चाहे वो क्रिश्चियनिटी है, चाहे वो बुद्धिज़्म है, और वो सारे इस गल नूं कहते हैं कि अगर तुहाने असली जिंदगी दे विच सुकून हासिल करना है ਤਾਂ ਤੁਹਾਨੂੰ जो है उस शक्ति नूं फॉलो करना पेगा कि जो मसलन जिस नूं असीं खुदा भी कह दिंदे हाँ, परमात्मा भी कह दिंदे हैं, वाहेगुरु भी कह दिंदे हैं, और जो है परमात्मा भी कहते हैं। यार इस नाल जो है इंसान अच्छे रास्ते चल सकता है, और हर धर्म जो है ये रास्तियां दी तलकीन भी करता है कि जिहड़ा इंसान जिन्नी ज़्यादा इबादत करेगा, अगर तुसी खुश हो तो उस वाहेगुरु दी खुदा दा जो है सिमरन करो, अगर तुसी परेशानी चों उदासी चों तां तुसीं अरदास करो। इस्लाम दे विच ये कहा जाता है कि तुसीं जो है अल्हम्दुलिल्लाह पढ़ो ਜਦੋਂ खुश हो, अगर तुसीं उदास हो तो इस्तगफार पढ़ो। तो इस तरीके नाल हर धर्म ये गल कहता है कि तुसीं अच्छा बनन वास्ते तुहानूं खुदा दे नाल या उस शक्ति दे नाल जुड़ना पेगा, और वो शक्ति हर धर्म दे विच गल कहती है कि अच्छे काम करो, दूसरिਆਂ ਦਾ फायदा करो, अपने बारे अपने नफ्स के बारे ना सोचो, दूजिਆਂ ਦੇ ਲਈ जो है तुसीं कुछ ना कुछ करन दी कोशिश करो।
ਤੇ ਫਿਰ ਡਾਕਟਰ ਸਾਹਿਬ ਇੱਕ ਅਹਿਮ ਸਵਾਲ, ਬੜਾ ਅਹਿਮ ਸਵਾਲ ਇੱਥੇ ਫਿਰ ਇਹ ਪੈਦਾ ਹੁੰਦਾ ਹੈ ਕਿ ਜਦੋਂ ਇਨਸਾਨ ਦੀ ਤਾਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹ ਸਮਾਜ ਲਈ ਭਲਾਈ ਵਾਲਾ ਕੰਮ ਕਰੇ, ਖੁਦ ਲਈ ਭਲਾਈ ਵਾਲਾ ਕੰਮ ਕਰੇ, ਪਰਿਵਾਰ ਲਈ ਭਲਾਈ ਵਾਲਾ ਕੰਮ ਕਰੇ, ਉਹਨੂੰ ਦੱਸੇ ਕੌਣ ਜੀ? ਉਹਨੂੰ ਕਿਵੇਂ ਪਤਾ ਲੱਗੇ ਕਿ ਮੈਂ ਸਹੀ ਰਾਹ 'ਤੇ ਹਾਂ? ਤੇ ਜਦੋਂ ਇੱਡ ਤੇ ਸੁਪਰ ਈਗੋ ਹਾਵੀ ਹੁੰਦੀ ਹੈ ਤੇ ਫਿਰ ਉਹਨੂੰ ਪਤਾ ਕਿਵੇਂ ਲੱਗੇ ਕਿ ਇਹ ਰਾਹ ਠੀਕ ਹੈ ਜਾਂ ਗਲਤ ਹੈ? ਇੱਡ ਕੰਮ ਕਰ ਰਹੀ ਹੈ, ਸੁਪਰ ਈਗੋ ਕੰਮ ਕਰ ਰਹੀ ਹੈ, ਉਹ ਕੋਈ ਡੈਫੀਨੇਸ਼ਨ ਹੈ? ਹਾਂ, ਇਸ ਦੇ ਬਾਰੇ ਦੇਖੋ, ਇਨਸਾਨ ਦੀ ਇਹ ਗੱਲ ਹੈ, ਪਹਿਲੀ ਗੱਲ ਉਸ ਦੀ ਤਰਬੀਅਤ ਦੇ ਉੱਤੇ। ਅਗਰ ਤੁਸੀਂ ਗਲਤ ਚੀਜ਼ ਨੂੰ ਬਚਪਨ ਦੇ ਵਿੱਚ, ਫਰਾਇਡ ਇਹ ਗੱਲ ਕਹਿੰਦਾ ਹੈ ਕਿ ਜਿਹੜਾ ਇਨਸਾਨ ਦਾ ਬਚਪਨ ਹੈ ਉਸ ਨੂੰ ਇੱਕ ਸਲੇਟ ਦੀ ਤਰ੍ਹਾਂ, ਇਹ ਫਿਲਾਸਫਰਸ ਨੇ ਵੀ ਕਿਹਾ ਕਿ ਇੱਕ ਸਲੇਟ ਹੈ, ਜਿਸ ਤਰੀਕੇ ਦਾ ਤੁਸੀਂ ਉਸ ਦੇ ਉੱਤੇ ਲਿਖ ਦੋਗੇ ਉਸੇ ਤਰੀਕੇ ਦਾ ਨਕਸ਼ ਹੋ ਜਾਏਗਾ। ਅਗਰ ਤੁਸੀਂ ਅਗਰ ਬਚਪਨ ਦੇ ਅਸੀਂ ਬੱਚੇ ਨੂੰ ਦੱਸੀਏ ਕਿ ਵੀ ਇਹ ਗੁਨਾਹ ਹੈ, ਇਹ ਪਾਪ ਹੈ ਜੀ, ਇਹ ਗਲਤ ਹੈ, ਤਾਂ ਉਹ ਉਸ ਚੀਜ਼ ਨੂੰ ਪੂਰੀ ਉਮਰ ਤੱਕ ਉਸੇ ਚੀਜ਼ ਨੂੰ ਲੈ ਕੇ ਚੱਲੇਗਾ। ਅਗਰ ਉਸ ਨੂੰ ਉਸ ਗਲਤ ਕੰਮ ਨੂੰ ਅਸੀਂ ਅੱਛਾ ਬਣਾ ਕੇ ਪੇਸ਼ ਕਰੀਏ ਤਾਂ ਪੂਰੀ ਉਮਰ ਉਹ ਉਸੇ ਚੀਜ਼ ਨੂੰ ਅੱਛਾ ਮੰਨੇਗਾ। ਤਾਂ ਹੁਣ ਡਿਪੈਂਡ ਕਰਦਾ ਹੈ ਤੁਹਾਡੀ ਤਰਬੀਅਤ ਤੇ, ਪੇਰੈਂਟਸ ਨੇ ਤੁਹਾਨੂੰ ਕੈਸੀ ਤਰਬੀਅਤ ਦਿੱਤੀ ਹੈ। ਦੂਸਰੀ ਗੱਲ ਮੈਂ ਤੁਹਾਨੂੰ ਹੋਰ ਗੱਲ ਦੱਸ ਦੇਵਾਂ, ਅਮਰੀਕਨ ਆਥਰ ਹੋਏ ਨੇ, ਉਹ ਨੇ ਮਾਰਕ ਟੋਬਿਓ, ਉਸਨੇ ਗੱਲ ਕਹੀ ਕਿ ਅਸੀਂ 80% ਅਸੀਂ ਐਸੀ ਚੀਜ਼ਾਂ ਕਰਨੀ ਨਾਲ ਲੜਦੇ ਰਹਿੰਦੇ ਹਾਂ ਪੂਰੀ ਉਮਰ ਕਿ ਜਿਹੜੀਆਂ ਐਗਜ਼ਿਸਟ ਹੀ ਨਹੀਂ ਕਰਦੀਆਂ। ਜਿਵੇਂ ਕਿ ਜਿਵੇਂ ਸਪੋਜ਼ ਕਰੋ ਕਿ ਬਹੁਤ ਸਾਰੀ ਗੱਲਾਂ ਐਸੀਆਂ ਹੁੰਦੀਆਂ ਨੇ ਜਿਹਦੇ ਲਈ ਕੋਈ ਪ੍ਰੋਬਲਮ, ਉਹ ਸਾਡੇ ਲਈ ਪ੍ਰੋਬਲਮ ਨਹੀਂ ਕ੍ਰੀਏਟ ਕਰ ਸਕਦੀਆਂ, ਸਾਨੂੰ ਡਿਪਰੈਸ਼ਨ, ਸਾਨੂੰ ਸਟ੍ਰੈਸ ਦੇ ਵਿੱਚ ਨਹੀਂ ਲੈ ਕੇ ਜਾ ਸਕਦੀਆਂ, ਲੇਕਿਨ ਅਸੀਂ ਉਹਨਾਂ ਚੀਜ਼ਾਂ ਦੀ ਖਾਤਰ ਜੋ ਹੈ ਕੋਸ਼ਿਸ਼ ਨਹੀਂ ਕਰਦੇ, ਅਸੀਂ ਉਹਨਾਂ ਚੀਜ਼ਾਂ ਤੋਂ ਡਰਦੇ ਰਹਿੰਦੇ ਹਾਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਥਾ ਕਿ ਜਦੋਂ ਪਾਪੂਲੇਸ਼ਨ ਘੱਟ ਸੀ, ਬੱਸਾਂ ਚੱਲਦੀਆਂ ਸੀਆਂ, ਹੁਣ ਤਾਂ ਹਰੇਕ ਕੋਲ ਕਾਰ ਹੈ, ਤਾਂ ਉਹ ਮਸਲਨ ਇੱਕ ਏਰੀਏ ਦੇ ਵਿੱਚ ਉਹ 15 ਸਾਲ ਲਗਾਤਾਰ ਡਰਾਈਵਰ ਅਤੇ ਕੰਡਕਟਰ ਬੱਸ ਦੇ ਵਿੱਚ ਉਸੇ ਏਰੀਏ ਦੇ ਵਿੱਚ ਚਲਾਉਂਦੇ ਸਨ। ਬਹੁਤ ਘੱਟ ਮੁਸਾਫਰ ਸਨ। ਉਹ 15 ਸਾਲ ਉਹੀ ਡਰਾਈਵਰ, ਉਹੀ ਕੰਡਕਟਰ ਜੇ ਉਸ ਬੱਸ ਨੂੰ ਲੈ ਕੇ ਜਾਂਦੇ ਸਨ, ਉਹ ਇਕੱਲੇ ਪੈਸੇਂਜਰ ਦੇ ਬਾਰੇ ਵਾਕਿਫ ਸੀ। ਉਹਨੂੰ ਉਹ ਆਪਣਾ ਬੜਾ ਮਸਲਨ ਕਹਿ ਲਓ ਕਿ ਪਲੇਜ਼ਰ ਜ਼ੋਨ ਦੇ ਵਿੱਚ ਸਨ, ਕਿ ਆਨੰਦ ਨਾਲ ਆਪਣਾ ਜਾਂਦੇ ਸਨ ਅਤੇ ਬੱਸ ਨੂੰ ਵਾਪਸ ਲੈ ਕੇ ਆਉਂਦੇ ਸਨ। ਇਕੱਲੇ ਉਸ ਨੂੰ ਨਾਂ ਦਾ ਉਸ ਪੈਸੇਂਜਰ ਦਾ ਪਤਾ ਥਾ। ਇੱਕ ਦਿਨ ਕੀ ਹੋਇਆ ਕਿ ਉਸ ਬੱਸ ਦੇ ਵਿੱਚ 6 ਫੁੱਟਾ ਵਿਅਕਤੀ ਪਠਾਨ ਉਸ ਦੇ ਵਿੱਚ ਚੜ੍ਹ ਗਿਆ। ਜਦੋਂ ਉਹ ਉਸ ਨੂੰ ਇਸ ਤਰੀਕੇ ਨਾਲ ਲੋਕ ਸਾਰੇ ਦੇਖਣ ਲੱਗ ਗਏ ਕਿ ਜਿਵੇਂ ਕਿ ਉਹਦੇ ਵਾਸਤੇ ਪਤਾ ਨਹੀਂ ਕਿ ਨਵੀਂ ਚੀਜ਼ ਆ ਗਈ ਹੋਵੇ। ਉਹਨੂੰ ਵੀ ਮਹਿਸੂਸ ਹੋਇਆ ਕਿ ਹਰ ਸ਼ਖਸ, ਜਿਹੜਾ ਵੀ ਪੈਸੇਂਜਰ ਬੈਠਾ ਹੈ, ਉਹ ਮੈਨੂੰ ਦੇਖ ਰਿਹਾ ਹੈ। ਡਰਾਈਵਰ ਵੀ ਉਸ ਨੂੰ ਅਜੀਬ ਤਰ੍ਹਾਂ ਦੀ ਨਿਗਾਹ ਨਾਲ ਦੇਖ ਰਿਹਾ ਹੈ, ਕੰਡਕਟਰ ਵੀ ਉਸ ਨੂੰ ਅਜੀਬ ਤਰ੍ਹਾਂ ਦੀ ਨਿਗਾਹ ਨਾਲ ਦੇਖ ਰਿਹਾ ਹੈ। ਔਰ ਉਹ ਜਿਹੜਾ ਕੰਡਕਟਰ ਸੀ, ਬੜਾ ਪਤਲਾ ਜਿਹਾ, ਬੜਾ ਛੋਟੇ ਜਿਹੇ ਕੱਦ ਦਾ ਸੀ, ਔਰ ਉਹ ਵੀ ਉਸ ਨੂੰ ਬੜੀ ਅਜੀਬ ਜਿਹੀ ਤਰੀਕੇ ਨਾਲ, ਔਰ ਜਦੋਂ ਉਸਨੇ ਉਹਦੇ ਕੋਲ ਗਿਆ ਇੱਕ ਡਰਦੇ ਘਬਰਾਉਂਦੇ ਹੋਏ, ਬੜੀ ਅਜੀਬ ਜਿਹੀ ਸਿਚੁਏਸ਼ਨ ਦੇ ਨਾਲ, ਤਾਂ ਉਹਨੂੰ ਕਹਿਣ ਲੱਗਿਆ ਕਿ ਤੁਸੀਂ ਖਾਨ ਸਾਹਿਬ ਟਿਕਟ ਲਓਗੇ? ਉਹ ਕਹਿੰਦਾ ਖਾਨ ਸਾਹਿਬ ਟਿਕਟ ਨਹੀਂ ਲਿੱਤਾ। ਉਹ ਆਰਾਮ ਨਾਲ ਬੜਾ ਵਾਪਸ ਜਾ ਕੇ ਬਹਿ ਗਿਆ ਡਰਾਈਵਰ ਕੋਲ। ਸਾਰੇ ਪੈਸੇਂਜਰ ਉਸ ਨੂੰ ਦੇਖ ਰਹੇ ਨੇ। ਦੂਸਰੇ ਦਿਨ ਫਿਰ ਉਹ ਆ ਗਿਆ ਖਾਨ ਸਾਹਿਬ, ਫਿਰ ਉਹਦੇ ਕੋਲ ਡਰਦਾ ਗਿਆ, ਉਹਦੇ ਕੋਲ ਜਾ ਕੇ ਕਹਿਣ ਲੱਗਿਆ ਕਿ ਖਾਨ ਸਾਹਿਬ ਨਾ टिकट लोगे? वो कहता था आपको बताया था ना कि खान साहब टिकट नहीं लेता। तो कुछ दिनों बाद वो कंडक्टर ਨੂੰ ਇਹ ਮਹਿਸੂਸ ਹੋਣ ਲੱਗਿਆ ਕਿ ਮੇਰੀ ਤਾਂ ਪੈਸੇਂਜਰਸ ਦੇ ਵਿੱਚ ਬੇਇੱਜ਼ਤੀ ਹੋ ਰਹੀ ਹੈ। ਇਸ ਤਰੀਕੇ ਨਾਲ ਇਹਨਾਂ ਦੇ ਉੱਤੇ ਇੱਕ ਇਹ ਅਸਰ ਪਵੇਗਾ ਕਿ ਕੱਲ੍ਹ ਨੂੰ ਕਿਸੇ ਨੇ ਪੈਸੇਂਜਰ ਨੇ ਮੇਰੇ ਤੋਂ ਟਿਕਟ ਨਹੀਂ ਲੈਣਾ, ਕਿ ਜਦ ਉਹ ਨਹੀਂ ਲੈ ਰਿਹਾ ਤਾਂ ਅਸੀਂ ਕਿਉਂ ਲਈਏ। ਤਾਂ ਬਹੁਤ ਪਰੇਸ਼ਾਨ ਰਹਿਣ ਲੱਗ ਗਿਆ। ਇਹ ਸਟ੍ਰੈਸ, ਇਹ ਜਿਹੜੀ ਗੱਲ ਸੀ, ਉਹ ਉਸ ਦੇ ਬਾਰੇ ਬਹੁਤ ਆਪਣੇ ਦਿਲ ਦੇ ਉੱਤੇ ਹਾਵੀ ਕਰ ਲਿਆ ਉਸਨੇ ਕੀ ਕੀਤਾ, ਡਰਾਈਵਰ ਨੂੰ ਇਹ ਗੱਲ ਕਹੀ ਕਿ ਡਰਾਈਵਰ ਸਾਹਿਬ ਮੈਂ 3 ਮਹੀਨੇ ਦੀ ਛੁੱਟੀ 'ਤੇ ਜਾ ਰਿਹਾ, 3 ਮਹੀਨੇ ਬਾਅਦ ਮੈਂ ਆਵਾਂਗਾ। ਔਰ ਉਹ 3 ਮਹੀਨੇ ਦੀ ਛੁੱਟੀ ਲੈ ਕੇ ਚਲਾ ਗਿਆ। ਜਦੋਂ 3 ਮਹੀਨੇ ਤੋਂ ਬਾਅਦ ਉਸਨੇ ਜਿਮ ਜੁਆਇਨ ਕੀਤੀ, ਤਾਂ ਉਸ ਤੋਂ ਇਲਾਵਾ ਵਰਜਿਸ਼ ਵਗੈਰਾ ਕਰਦਾ ਰਿਹਾ ਅਤੇ ਉਸਨੇ ਐਸੇ ਟ੍ਰੇਨਿੰਗ ਹਾਸਲ ਕੀਤੀ ਜਿਹਦੇ ਨਾਲ ਉਸਦੇ ਅੰਦਰ ਕੌਨਫੀਡੈਂਸ ਪੈਦਾ ਹੋਵੇ, ਲੋਕਾਂ ਨਾਲ ਗੱਲਬਾਤ ਕਰ ਸਕੇ, ਗੱਲਾਂ ਬਾਤਾਂ ਕਰ ਸਕੇ। ਜਿਹੜਾ ਇਸ ਕਹਾਣੀ ਦੇ ਵਿੱਚ ਜਿਹੜਾ ਉਹ ਪਠਾਨ ਹੈ, ਮੈਨੂੰ ਲੱਗਦਾ ਡਰ ਹੈ। ਉਹ ਡਰ ਹੈ।
ਤਾਂ ਜਦੋਂ 3 ਮਹੀਨੇ ਬਾਅਦ ਉਹ ਆਇਆ, ਉਹ ਸੋਚ ਕੇ ਆਇਆ ਕਿ ਇਸ ਬਾਰ ਮੈंने ਪਠਾਨ ਤੋਂ ਟਿਕਟ ਲੈਣਾ ਹੀ ਲੈਣਾ ਹੈ। ਤਾਂ ਉਸਨੇ ਜਦੋਂ ਆਇਆ ਉਹਨੇ ਆਨਸਰ ਕਿਹਾ कि टिकट, कहने लगा तेन आपको बताया था ना कि मेरे लाले कि टिकट खान नहीं लेता। वो कहता उसने उस तो बाद ये गल कही कि खान टिकट क्यों नहीं लेता। वो कहा क्योंकि मेरे पास, मेरे लाले, मेरे पास पूरे इंडिया का परमिट है, इसलिए मैं टिकट नहीं लेता। ਮੀਨ ਉਸਨੂੰ ਉਹ ਚੀਜ਼ ਜੋ ਗੱਲ ਪਤਾ ਕਰਨ ਵਾਸਤੇ 3 ਮਹੀਨੇ ਉਸਨੇ ਵਰਜਿਸ਼ ਕੀਤੀ, ਜਿਮ ਜੁਆਇਨ ਕੀਤਾ, ਮੋਟੀਵੇਸ਼ਨ ਲੈਕਚਰ ਸੁਨੇ, ट्रेनिंग हासिल की। सिर्फ मीन जो मार्टिन ने गल कही कि इंसान 80% ਉਹ ਚੀਜ਼ਾਂ ਦੇ ਬਾਰੇ ਲੜਦਾ ਰਹਿੰਦਾ ਹੈ ਕਿ ਜਿਹਦਾ ਕਿ ਕੋਈ ਵਿਚ ਨੈਵਰ ਐਗਜ਼ਿਸਟ, ਜਿਸ ਦਾ ਕੋਈ ਵਜੂਦ ਹੀ ਨਹੀਂ ਹੁੰਦਾ। ਬਸ ਜੀ ਜੀ ਜੀ। ਤਾਂ ਇਹ एग्जाम्पल मैं तुहानूं दस्सी है, जिवें तुहानूं कहा कि एग्जाम्पल का कि इंसान पूरी उम्र मीन सिर्फ 20% ही है जिस चीज़ का इंसान के अंदर डर, हकीकत का डर होंदा है। ये जो 80% वाली गल है वो तो इरैशनल फीयर है, इंसान उही डरी जाता है कि मैं, और हालांकि हकीकत के विचों डर नहीं होंदा, वो एक साडा अंदरली सोच है जिहड़ी कि रूमी ने गल कही है कि इंसान की सोच ही है, बाकी सारी हड्डी ते गोश्त है। तो इस करके कोई जो फोबिया है ये इस तो डरन की जरूरत नहीं है सानू, बल्कि इस दे उत्ते सानू कंट्रोल, सानू ਜਿਹੜਾ ਹੈ ਇਸ ਨੂੰ ਅੰਡਰ ਐਸਟੀਮੇਟ ਕਰਨਾ ਚਾਹੀਦਾ ਹੈ। ਸੋ ਡਾਕਟਰ ਸਾਹਿਬ ਕੰਟਰੋਲ ਕਰਨ ਦੇ ਕੋਈ ਨਿਯਮ ਫਿਰ ਦੱਸੇ ਹੋਣਗੇ? ਹਾਂ ਬਿਲਕੁਲ, ਇਸ ਦੇ ਬਾਰੇ ਦੇਖੋ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਸਾਡੇ ਅੰਦਰ ਸਾਨੂੰ ਜਿਹੜਾ ਹੈ ਆਪਣਾ ਸੁਪਰ ਈਗੋ ਜੋ ਹੈ ਉਹ ਸਾਨੂੰ ਸਟਰੋਂਗ ਕਰਨਾ ਚਾਹੀਦਾ ਹੈ। ਔਰ ਉਹ ਸਾਡਾ ਸਟਰੋਂਗ ਕਿਵੇਂ ਹੋਏਗਾ? ਉਹ ਸਾਡੀ ਜਿਹੜੀ ਹੈ ਪਰਵਰਿਸ਼, ਸਾਡੀ ਤਾਲੀਮ ਉਸ ਤਰੀਕੇ ਦੀ ਹੋਵੇ ਕਿ ਸਾਡੇ ਅੰਦਰ ਇਹ ਚੀਜ਼ ਪੈਦਾ ਕੀਤੀ ਜਾਵੇ ਕਿ दूसरी गल ये है कि सानू फिजियोथेरेपी जो है वो अगर साढ़े अंदर असी अंदरों कमज़ोर हाँ, साड़ी साइकी कमज़ोर है, वो सानू स्ट्रॉन्ग करने की ज़रूरत है। और ये जो मोटिवेशन लैक्चरस ने ये इंसान के अंदर बहुत ज़्यादा तब्दीली पैदा करते हैं। जिमें तुहानू मैंने विन डायर की गल दसी है कि इंसान नू अपना रास्ता, अपनी सोच, अपनी आइडियोलॉजी चेंज करने की लोड़ है, तो हर चीज़ उस जगह पर आके तय हो जाती है। तो डर खत्म करने के लिए ज़रूरी है कि तुहानू अपना अंदरला डर खत्म करना पेगा। इस चीज़ का डर कि तुहाडे अपने तुहाडे तो खफा ना होण, पहला डर। क्यों? अगर असी इह रिश्तियां नू तोड़ांगे और ਤਾਂ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ, ਕਿਉਂਕਿ ਇਨਸਾਨ ਇੱਕ ਸੋਸ਼ਲ ਐਨੀਮਲ ਹੈ। ਰਿਸ਼ਤੇ ਖਤਮ ਹੋ ਗਏ ਤਾਂ ਇਨਸਾਨ, ਇਹ ਲੋਕਡਾਊਨ ਨੇ ਸਾਨੂੰ ਦਿਖਾਇਆ ਹੈ ਕਿ ਅਸੀਂ ਇਹ ਲੋਕਡਾਊਨ ਦੇ ਵਿੱਚ, ਇਹ ਕਰੋਨਾ ਵਾਇਰਸ ਦੇ ਸਮੇਂ ਦੇ ਵਿੱਚ ਅਸੀਂ ਘਰ ਰਹਿ ਕੇ ਦੇਖਿਆ ਹੈ ਕਿ ਜਦੋਂ ਇਨਸਾਨ ਦੇ ਰਿਸ਼ਤੇ ਟੁੱਟ ਜਾਂਦੇ ਹਨ ਤਾਂ ਇਨਸਾਨ ਦਾ ਇਹ ਡਰ ਜੋ ਹੈ ਇਨਸਾਨ ਨੂੰ ਅੰਦਰੋਂ ਹੀ ਤੋੜ ਦਿੰਦਾ ਹੈ। ਦੂਸਰਾ ਹੈ ਖੁਦਾ ਦਾ ਡਰ, परमात्मा का डर, वाहेगुरु का डर। अगर असी उस खुदा तो नहीं डरते तो असी खुद खुदा बन जाते हैं। जिमें फ़िरौन जो है खुदा तो डरदा नहीं सी और ख़ुद जो है खुदा बन बैठा। और इसे तरीके नाल अज जो अज दे दौर दे विच जो मसलन हर चीज़ ते अपना हावी होना चाहते हैं, हर चीज़ नूं अपने अंडर कंट्रोल करना चाहते हैं, वो यही कारण है खुदा तो नहीं डरते। तीसरा है मौत का डर, जिहड़ी कि हकीकत दे विच आउणा है। और अगर इंसान मौत तो ना डरे तो इंसान जो है अच्छे काम नहीं करेगा, क्योंकि उसकी हमेशा फितरत, इंसान के अंदर एक साइकिल है, मोटिवेशन साइकिल, कि अगर एक चीज़ हासिल की तो मैं दूसरी हासिल करा, तीसरी करा, उस तो ऊपर करा। ये अगर इंसान मौत के बारे सोचता है कि मेरी तो कुछ समय वास्ते जिंदगी है, जिमें असी स्टेशन ते कोई गड्डी 5 मिनट, कोई 10 मिनट, कोई 15 मिनट रुकती है तो उस तो बाद नैक्सट स्टेशन लिए चली जाती है। इसी तरीके नाल ये जो दुनिया है, ये जो साड़ी ज़िंदगी है, ये एक स्टेशन ते रुकी है, उस तो बाद साड़ा दूसरा सफ़र शुरू होना है। और उस सफ़र जो है ते जान वास्ते मौत एक साड़ी ट्रेन है जिससे सानू
ਸਵਾਰ ਹੋ ਕੇ ਜਾਣਾ ਪਵੇਗਾ। ਇਹ ਜਿਹੜੇ ਡਰ ਨੇ, ਇਹ ਡਰ ਬਹੁਤ ਜ਼ਰੂਰੀ ਨੇ। ਇਸੇ ਤਰੀਕੇ ਨਾਲ ਜਿਹੜੇ ਉਹ ਜਾਨਵਰ ਜਿਹੜੇ ਕਿ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ, ਛਿਪਕਲੀ ਦੇ ਡਰ ਨਹੀਂ ਮੈਂ ਦੀ ਗੱਲ ਨਹੀਂ ਕਰਦਾ, ਮੈਂ ਕੁੱਤੇ ਦੇ ਡਰ ਦੀ ਗੱਲ ਨਹੀਂ ਕਰਦਾ, ਮੈਂ ਗਾਂ ਦੇ ਡਰ ਦੀ, ਮੈਂ ਉਹ ਜਾਨਵਰਾਂ ਦੀ ਗੱਲ ਕਰਦਾ ਹਾਂ ਜਿਹੜੇ ਕਿ ਸਾਡੇ ਤੇ ਅਟੈਕ ਕਰਕੇ ਸਾਡੀ ਜ਼ਿੰਦਗੀ ਨੂੰ ਖਤਮ ਕਰ ਸਕਦੇ ਹਨ। ਤਾਂ ਉਹਨਾਂ ਤੋਂ ਵੀ ਜੋ ਹੈ ਡਰ, ਉਹ ਵੀ ਇੱਕ ਹਕੀਕਤ ਵਾਲਾ ਡਰ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਡਾਕਟਰ ਪ੍ਰੋਫੈਸਰ ਮੁਹੰਮਦ ਇਰਫਾਨ ਫਾਰੂਕੀ, ਜਿਨ੍ਹਾਂ ਨੇ ਬੜੇ ਹੀ ਜਿਹੜਾ ਕਹਿ ਸਕਦੇ ਆ ਕਿ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਔਰ ਸਾਦੇ ਸ਼ਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਡਰ ਦੇ ਵਿੱਚੋਂ ਆਪਣੀ ਜ਼ਿੰਦਗੀ ਕੱਢ ਸਕਦੇ ਆ, ਆਪਣਾ ਮਨ ਡਰ ਦੇ ਵਿੱਚੋਂ ਕੱਢ ਸਕਦੇ ਆ। ਤੇ ਨਾਲ ਹੀ ਉਹਨਾਂ ਨੇ ਬੜੀਆਂ ਪਿਆਰੀਆਂ ਗੱਲਾਂ, ਸਿੱਧੀਆਂ ਗੱਲਾਂ ਉਹਨਾਂ ਨੇ ਇਹ ਕਹੀਆਂ ਨੇ ਕਿ ਜੇਕਰ ਤੁਹਾਨੂੰ ਡਰ ਲੱਗਦਾ ਹੈ ਤਾਂ ਤੁਸੀਂ ਡਰ ਵਾਲਾ ਰਾਹ ਤੁਹਾਨੂੰ ਛੱਡਣਾ ਪਏਗਾ, ਤੁਹਾਨੂੰ ਹੋਰ ਰਾਹ ਅਪਣਾਉਣਾ ਪਏਗਾ। ਜਿਸ ਚੀਜ਼ ਤੋਂ ਤੁਹਾਨੂੰ ਡਰ ਲੱਗਦਾ ਹੈ ਉਸ ਚੀਜ਼ ਨੂੰ ਤੁਸੀਂ ਚੈਲੰਜ ਮੰਨ ਕੇ ਆਪਣੇ ਆਪ ਦੇ ਲਈ ਉਹਨੂੰ ਪੋਜ਼ਿਟਿਵਲੀ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਓ, ਕਿਉਂਕਿ ਮੰਨਣਾ ਹੈ ਸਾਰਾ ਦਾ ਯੂਨੀਵਰਸਲ ਲਾਅ ਹੈ ਔਰ ਮੰਨਣਾ ਵੀ ਹੈ ਸਭ ਦਾ ਕਿ ਜੇਕਰ ਕੋਈ ਮੁਸੀਬਤ, ਕੋਈ ਡਰ ਤੁਹਾਡੇ ਕੋਲ ਲਈ ਲੈ ਕੇ ਆਉਂਦਾ ਹੈ ਤਾਂ ਤੁਹਾਡੀ ਪਰਸਨੈਲਿਟੀ ਨੂੰ ਹੋਰ ਨਿਖਾਰਨ ਦੇ ਲਈ ਹੁੰਦਾ ਹੈ। ਸੋ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ, ਇਸ ਬਾਬਤ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਔਰ ਅਗਲੀ ਵੀਡੀਓ ਕਿਸ ਇਸ਼ੂ ਦੇ ਉੱਤੇ ਹੋਵੇ, ਕਿਸ ਮੁੱਦੇ ਦੇ ਉੱਤੇ ਹੋਵੇ, ਉਹ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਫਿਰ ਵੀ ਤੁਹਾਡਾ ਕੋਈ ਸਵਾਲ ਡਰ ਨੂੰ ਲੈ ਕੇ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਉਸ ਨੂੰ ਸ਼ਾਮਿਲ ਕਰ ਲਈਏ। ਫਿਲਹਾਲ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।